ਖੱਟਰ ਦੇ ਨਾਲ ਇੱਕ ਮੁਲਾਕਾਤ ਹੁੰਦੀ ਹੈ, ਦੂਜੀ ਮੁਲਾਕਾਤ ਫਿਰ ਕਰਦੇ ਨੇ, ਉਹਦੇ ਵਿੱਚ ਸੱਦਾ ਪੱਤਰ ਵਿਆਹ ਦੇ ਹੁੰਦੇ ਨੇ। ਤੁਸੀਂ ਕਿਵੇਂ ਵੇਖਦੇ ਹੋ? ਤਾਂ ਸਭ ਤੋਂ ਪਹਿਲਾਂ ਰਸਮੀ ਮੁਲਾਕਾਤ ਵੀ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਕਰਦੇ ਨੇ। ਫੋਨ ਵੀ ਉਹਨਾਂ ਨੂੰ ਪਹਿਲਾਂ ਮਨੋਹਰ ਲਾਲ ਖੱਟਰ ਦਾ ਹੀ ਹੁੰਦਾ, ਵਧਾਈ ਵੀ ਮਨੋਹਰ ਲਾਲ ਖੱਟਰ ਹੀ ਦਿੰਦੇ ਨੇ। ਉਹਨਾਂ ਨੂੰ ਇਹ ਵੀ ਪੁੱਛਿਆ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਫਿਰ ਤੁਹਾਨੂੰ ਉਹਨਾਂ ਨੇ ਇੰਨਾ ਕੁਝ ਦਰਦ ਬਿਆਨ ਕੀਤਾ, ਫਿਰ ਤੇ ਕਾਰਡ ਵੀ ਦਿੱਤਾ ਹੋਣਾ। ਉਹ ਕਹਿੰਦੇ ਸਾਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਹਾਲੇ ਸਾਨੂੰ ਪਤਾ ਨਹੀਂ, ਪਰ ਨਿੱਜੀ ਤੌਰ 'ਤੇ ਮੈਨੂੰ ਹਰਮੀਤ ਸਿੰਘ ਕਾਦੀਆਂ ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਸੱਦਾ ਪੱਤਰ ਜਾਂ ਫੋਨ ਨਹੀਂ ਆਇਆ। ਉਹ ਚਾਹੇ ਜਿੰਨਾ ਮਰਜ਼ੀ ਸਟਰੋਂਗ ਮੁੱਖ ਮੰਤਰੀ ਹੋਵੇ, ਜਿੰਨੀ ਮਰਜ਼ੀ ਉਹਦੇ ਕੋਲ ਮੈਜੋਰਿਟੀ ਹੋਵੇ, ਉਹਨੂੰ ਹਮੇਸ਼ਾ ਚੱਲਣਾ ਪੈਂਦਾ ਹੈ। ਚੰਨੀ ਸਾਹਿਬ ਵੀ ਉਸੇ ਪ੍ਰਵਿਰਤੀ ਦੇ ਵਿੱਚ ਹੈ ਕਿ ਜਿਹੜਾ ਕੇਂਦਰ ਸਰਕਾਰ ਦਾ ਦਬਾਅ ਹੈ ਉਹ ਚੱਲਣਾ ਪਏਗਾ। ਲਹੂ ਖੇਡਣ ਦੀ ਹੋਲੀ ਕਰ ਰਿਹਾ ਹੈ, ਜਿਹੜਾ ਲਹੂ ਦੇ ਨਾਲ ਖੇਡਣਾ ਵੀ, ਇਹਨਾਂ ਦੇ ਨਾਲ ਅਸੀਂ ਇਹਨਾਂ ਦੇ ਲੱਠ ਮਾਰੋ ਜੈਸੇ ਕੋ ਤੈਸਾ ਕਰੋ, ਜਾਂ ਅਸੀਂ ਪੁਲਿਸ ਫੋਰਸ ਨਾਲ ਉਠਾ ਸਕਦੇ ਹਾਂ। ਉਸ ਵਿਅਕਤੀ ਨੂੰ ਅਗਰ ਤੁਸੀਂ ਨਿੱਜੀ ਤੌਰ 'ਤੇ ਸੱਦਾ ਦਿੰਦੇ ਹੋ ਤਾਂ ਤੁਹਾਡੇ 'ਤੇ ਸਵਾਲ ਉੱਠਣੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਤੇ ਮੈਂ ਜਗਦੀਪ ਸਿੰਘ ਥਲੀ ਹਾਂ। ਦਰਸ਼ਕੋ, ਬੀਤੇ ਦਿਨੀ ਚਰਨਜੀਤ ਸਿੰਘ ਚੰਨੀ ਹੋਰੀ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਨੇ ਅਤੇ ਹੁਣ ਉਹਨਾਂ ਦੇ ਪੁੱਤਰ ਦਾ ਵਿਆਹ ਵੀ ਹੈ, ਜਿੱਥੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਹਰਮਨ ਪਿਆਰੇ ਹੋ ਚੁੱਕੇ ਨੇ ਮੁੱਖ ਮੰਤਰੀ ਸਾਹਿਬ। ਉੱਥੇ ਹੀ ਉਹ ਲੋਕਾਂ ਦੇ ਨਾਲ ਨਾਲ ਜਿੱਥੇ ਕੰਮ ਕਰ ਰਹੇ ਨੇ, ਉੱਥੇ ਆਪਣੇ ਪਰਿਵਾਰਕ ਰੁਝੇਵਿਆਂ ਦੇ ਵਿੱਚ ਵੀ ਬਿਜ਼ੀ ਨੇ, ਕਿਉਂਕਿ ਉਹਨਾਂ ਦੇ ਪੁੱਤਰ ਦਾ ਹੁਣ ਵਿਆਹ ਸਮਾਗਮ ਹੈ। ਅਤੇ ਵਿਆਹ ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਸੱਦੇ ਪੱਤਰ ਦਿੱਤੇ। ਵੈਸੇ ਤਾਂ ਇਹ ਹਰ ਕਿਸੇ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਹੈ ਵੀ ਉਹ ਕਿਹਨੂੰ ਬੁਲਾਉਣਾ ਚਾਹੁੰਦੇ ਨੇ, ਕਿਉਂਕਿ ਨਿੱਜੀ ਸਮਾਗਮ ਹੈ, ਪਰਿਵਾਰਕ ਸਮਾਗਮ ਹੈ। ਪਰ ਜਦੋਂ ਇੱਕ ਮੁੱਖ ਮੰਤਰੀ ਪਰਿਵਾਰਕ ਸਮਾਗਮ ਵੀ ਕਰਦਾ ਹੈ ਤਾਂ ਉਹਦੇ ਉੱਤੇ ਵੀ ਲੋਕਾਂ ਦੀਆਂ ਨਜ਼ਰਾਂ ਰਹਿੰਦੀਆਂ ਨੇ ਅਤੇ ਉਹਦੇ ਉੱਤੇ ਵੀ ਬਹੁਤ ਸਾਰੇ ਸਵਾਲ ਖੜ੍ਹੇ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ ਬੀਤੇ ਦਿਨੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਆਉਂਦੇ ਨੇ ਅਤੇ ਉਹਨਾਂ ਨੂੰ ਪੁੱਤਰ ਦੇ ਵਿਆਹ ਦੇ ਲਈ ਸੱਦਾ ਪੱਤਰ ਦੇ ਕੇ ਆਉਂਦੇ ਨੇ। ਇਸ ਦੇ ਉੱਤੇ ਜਦੋਂ ਇਹ ਖਬਰਾਂ ਚੱਲਦੀਆਂ ਨੇ ਤਾਂ ਬਹੁਤ ਸਾਰੀਆਂ ਲੋਕਾਂ ਦੀਆਂ ਟਿੱਪਣੀਆਂ ਸਾਹਮਣੇ ਆਈਆਂ ਅਤੇ ਲੋਕ ਇਹ ਵੀ ਕਹਿ ਰਹੇ ਨੇ ਵੀ ਇੱਕ ਪਾਸੇ ਤਾਂ ਚੰਨੀ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਕਿਸਾਨ ਜਿੱਥੇ ਧਰਨਾ ਲੱਗਿਆ ਹੋਇਆ ਉਹ ਮੇਰਾ ਮੱਕਾ, ਵੀ ਜਿਹੜਾ ਇਸ ਮੱਕੇ ਵੱਲ ਮਾੜੀ ਅੱਖ ਨਾਲ ਦੇਖੂਗਾ ਆਪਾਂ ਉਹਨੂੰ ਬਖਸ਼ਾਂਗੇ ਨਹੀਂ, ਅਤੇ ਉਹਨਾਂ ਨੇ ਮੱਥਾ ਟੇਕਣ ਦੀ ਗੱਲ ਕੀਤੀ ਸੀ। ਅਤੇ ਦੂਜੇ ਪਾਸੇ ਸੱਦਾ ਪੱਤਰ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਤੁਹਾਡੇ ਉਸ ਮੱਕੇ ਨੂੰ ਢਾਉਣ ਦੀਆਂ ਗੱਲਾਂ ਕਰਦੇ ਨੇ। ਯਾਨੀ ਕਿ ਮਨੋਹਰ ਲਾਲ ਖੱਟਰ ਦੇ ਜੇਕਰ ਪਿਛਲੇ ਬਿਆਨ ਵੀ ਦੇਖੇ ਤਾਂ ਕਦੇ ਉਹਨਾਂ ਦਾ ਬਿਆਨ ਆ ਜਾਂਦਾ ਜੀ ਕਿਸਾਨਾਂ ਨੂੰ ਡੰਡੇ ਚੁੱਕਣ ਦੀ ਗੱਲ ਆ ਜਾਂਦੀ ਹੈ ਵੀ ਕਿਸਾਨਾਂ ਖਿਲਾਫ ਡੰਡੇ ਚੁੱਕ ਲਓ, ਪਰ ਉਹਨਾਂ ਦੇ ਇਹ ਸੱਦਾ ਪੱਤਰ ਦੇਣ ਦੇ ਮਾਇਨੇ ਕੀ ਨੇ? ਕੀ ਕਿਸੇ ਤਰ੍ਹਾਂ ਦਾ ਲਾਭ ਲੈਣਾ ਚਾਹੁੰਦੇ ਨੇ ਹਰਿਆਣਾ ਤੋਂ ਵੀ ਚਲੋ ਸਾਡੇ ਸੂਬੇ ਦੇ ਲਈ ਕੋਈ ਲਾਭ ਹੋਵੇ, ਜਾਂ ਕੋਈ ਹੋਰ ਮਾਇਨੇ ਨੇ? ਇਸ ਦੇ ਉੱਤੇ ਹੀ ਅਸੀਂ ਗੱਲਬਾਤ ਕਰਾਂਗੇ। ਸਿਆਸੀ ਮਾਹਿਰ ਨੇ ਕਮਲ ਸੈਣੀ ਜੀ ਮੇਰੇ ਨਾਲ ਨੇ, ਗੱਲਬਾਤ ਕਰਦੇ ਹਾਂ। ਸੈਣੀ ਸਾਹਿਬ, ਚਰਨਜੀਤ ਸਿੰਘ ਚੰਨੀ ਹੋਰੀ ਮੁੱਖ ਮੰਤਰੀ ਬਣਦੇ ਨੇ, ਉਹ ਤੋਂ ਬਾਅਦ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੁੰਦਾ ਹੈ। ਪਹਿਲਾਂ ਮੁਲਾਕਾਤ ਹੁੰਦੀ ਹੈ ਜੀ ਮਨੋਹਰ ਲਾਲ ਖੱਟਰ ਦੇ ਨਾਲ, ਫਿਰ ਅਮਿਤ ਸ਼ਾਹ ਦੇ ਕੋਲ ਜਾਂਦੇ ਨੇ, ਨਰਿੰਦਰ ਮੋਦੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਲਾਈਨ ਵਾਈਜ਼, ਯਾਨੀ ਕਿ ਭਾਜਪਾ ਦੇ ਜਿਹੜੇ ਹੈਗੇ ਨੇ, ਚਲੋ ਉਹ ਆਪਾਂ ਇਹ ਵੀ ਦੇਖਦੇ ਨੇ ਲੋਕ ਵੀ ਉਹ ਗ੍ਰਹਿ ਮੰਤਰੀ ਨੇ, ਪ੍ਰਧਾਨ ਮੰਤਰੀ ਨੇ। ਮਨੋਹਰ ਲਾਲ ਖੱਟਰ ਦੇ ਨਾਲ ਇੱਕ ਮੁਲਾਕਾਤ ਹੁੰਦੀ ਹੈ, ਦੂਜੀ ਮੁਲਾਕਾਤ ਫਿਰ ਕਰਦੇ ਨੇ, ਉਹਦੇ ਵਿੱਚ ਸੱਦਾ ਪੱਤਰ ਵਿਆਹ ਦੇ ਹੁੰਦੇ ਨੇ। ਤੁਸੀਂ ਕਿਵੇਂ ਵੇਖਦੇ ਹੋ, ਕੀ ਮਾਇਨੇ ਇਹਦੇ ਹੋ ਸਕਦੇ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਬਣਦੇ ਨੇ ਤਾਂ ਸਭ ਤੋਂ ਪਹਿਲਾਂ ਰਸਮੀ ਮੁਲਾਕਾਤ ਵੀ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਕਰਦੇ ਨੇ। ਫੋਨ ਵੀ ਉਹਨਾਂ ਨੂੰ ਪਹਿਲਾਂ ਮਨੋਹਰ ਲਾਲ ਖੱਟਰ ਦਾ ਹੀ ਆਉਂਦਾ, ਵਧਾਈ ਵੀ ਮਨੋਹਰ ਲਾਲ ਖੱਟਰ ਹੀ ਦਿੰਦੇ ਨੇ। ਅਤੇ ਹੋਰ ਸਾਰੀਆਂ ਜਿਹੜੀਆਂ ਗਤੀਵਿਧੀਆਂ ਵੀ ਚੱਲਦੀਆਂ ਨੇ, ਚਾਹੇ ਉਹ ਚੰਨੀ ਸਾਹਿਬ ਦੀ ਕੈਬਨਿਟ ਦੀਆਂ ਨੇ, ਉਹ ਵੀ ਦਿੱਲੀ ਤੋਂ ਚੱਲਦੀਆਂ ਨੇ। ਉਸ ਤੋਂ ਬਾਅਦ ਹੀ ਉਹ ਦਿੱਲੀ ਆਉਣ ਜਾਣ ਸ਼ੁਰੂ ਕਰਦੇ ਨੇ। ਇਹਦੇ ਪਿੱਛੇ ਜਿੰਨਾ ਕੁ ਅਸੀਂ ਨਜ਼ਰੀਆ ਦੇਖਦੇ ਹਾਂ, ਦੋ ਕਾਰਨ ਬਹੁਤ ਸਾਨੂੰ ਸਪਸ਼ਟ ਨਜ਼ਰ ਆਉਂਦੇ ਨੇ ਕਿ ਇੱਕ ਮਨੋਹਰ ਲਾਲ ਖੱਟਰ ਦਾ ਰਵੱਈਆ ਪੰਜਾਬ ਪ੍ਰਤੀ, ਪੰਜਾਬ ਦੇ ਕਿਸਾਨਾਂ ਪ੍ਰਤੀ ਬਹੁਤ ਹੀ ਜ਼ਿਆਦਾ ਈਰਖਾਵਾਦੀ ਰਿਹਾ, ਜ਼ਾਲਮਾਨਾ ਬਹੁਤ ਜ਼ਿਆਦਾ। ਅਤੇ ਪਿਛਲੇ ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੀ ਟਵਿੱਟਰ ਵਾਰ ਵੀ ਚੱਲਦੀ ਰਹੀ ਹੈ। ਇਸ ਸੰਬੰਧੀ ਬਹੁਤ ਜ਼ਿਆਦਾ ਵਾਦ ਵਿਵਾਦ ਵੀ ਉਹਨਾਂ ਦਾ ਹੁੰਦਾ ਰਿਹਾ। ਇੱਕ ਤਰ੍ਹਾਂ ਦਾ ਅਸੀਂ ਸਮਝਦੇ ਹਾਂ ਵੀ ਇੱਕ ਤਰ੍ਹਾਂ ਦਾ ਯੁੱਧ ਚੱਲਦਾ ਰਿਹਾ ਉਹਨਾਂ ਦਾ। ਅਤੇ ਜਦੋਂ ਚਰਨਜੀਤ ਸਿੰਘ ਚੰਨੀ ਹੋਰੀ ਬਤੌਰ CM ਉਹਨੂੰ ਮਿਲਦੇ ਨੇ ਤਾਂ ਉਦੋਂ ਵੀ ਉਹਨਾਂ ਦੀ ਆਲੋਚਨਾ ਹੁੰਦੀ ਹੈ।
ਆਮ ਤੌਰ 'ਤੇ ਸਾਰੇ ਜਿਹੜੇ ਲੋਕ ਹੈ ਜਾਂ ਜਿਹੜੇ ਸੋਸ਼ਲ ਫੋਲੋਵਰ ਹੈਗੇ ਨੇ ਉਹ ਕਹਿੰਦੇ ਨੇ ਵੀ ਮਨੋਹਰ ਲਾਲ ਖੱਟਰ ਨੂੰ ਮਿਲਣ ਦਾ ਜਿਹੜਾ ਨਜ਼ਰੀਆ ਹੈ ਉਹ ਕੀ ਹੋ ਸਕਦਾ ਹੈ। ਉਦੋਂ ਵੀ ਸਵਾਲ ਉੱਠੇ ਸੀ, ਲੇਕਿਨ ਉਹ ਸਿੱਧੂ ਸਾਹਿਬ ਦੇ ਅਸਤੀਫੇ ਤੋਂ ਬਾਅਦ ਥੋੜ੍ਹੇ ਠੰਡੇ ਪੈ ਗਏ। ਹੁਣ ਇਹ ਸਮਾਰੋਹ ਭਾਵੇਂ ਚੰਨੀ ਸਾਹਿਬ ਦਾ ਪਰਸਨਲ ਸਮਾਗਮ ਹੈ, ਪਰ ਕਿਤੇ ਨਾ ਕਿਤੇ ਇਹ ਚੰਨੀ ਸਾਹਿਬ ਦੇ ਉੱਤੇ ਵੀ ਕਾਂਗਰਸ ਕੀ ਕਿਸਾਨਾਂ ਦੀ ਹਮਾਇਤੀ ਹੈ ਜਾਂ ਲੰਮੇ ਸਮੇਂ ਦੇ ਲਈ ਕਿਸਾਨਾਂ ਦਾ ਸਾਥ ਦੇਵੇਗੀ, ਜਾਂ ਕਾਨੂੰਨ ਰੱਦ ਕਰਾਉਣ ਦੇ ਲਈ ਜਿੰਨੀ ਤੇਜ਼ੀ ਦੇ ਨਾਲ ਕਾਂਗਰਸ ਨੂੰ ਕੰਮ ਕਰਨਾ ਚਾਹੀਦਾ ਸੀ ਕਿ ਕਰੇਗੀ। ਤਾਂ ਇਹ ਜਿਹੜਾ ਸੱਦਾ ਪੱਤਰ ਦੇਣਾ ਇਹ ਚੰਨੀ ਸਾਹਿਬ ਦੇ ਲਈ ਵਿਵਾਦਿਤ ਹੈ। ਇਹਨੂੰ ਦੇਖਦੇ ਕਿਵੇਂ ਹੋ ਤੁਸੀਂ? ਕਿਉਂਕਿ ਇੱਕ ਹੁੰਦਾ ਜੀ ਸੱਦਾ ਪੱਤਰ ਦੇਣਾ, ਕਿਸੇ ਦੇ ਨਾਲ ਨਵਾਂ ਰਿਸ਼ਤਾ ਜੋੜਨਾ, ਇੱਕ ਹੁੰਦਾ ਵੀ ਪਹਿਲਾਂ ਤੋਂ ਰਿਸ਼ਤਾ ਉਹਨੂੰ ਬੁਲਾ ਲੈਣਾ, ਇੱਕ ਹੁੰਦਾ ਵੀ ਯਾਰ ਇਸ ਬੰਦੇ ਨੂੰ ਬੁਲਾ ਲਈਏ, ਕੋਈ ਰਿਸ਼ਤਾ ਨਹੀਂ ਰੱਖਣਾ, ਵੈਸੇ ਲਾਭ ਆਪਾਂ ਭਵਿੱਖ ਦੇ ਵਿੱਚ ਲਵਾਂਗੇ। ਤੁਸੀਂ ਕਿਵੇਂ ਵੇਖਦੇ ਹੋ? ਅਮਿਤ ਸ਼ਾਹ ਨੂੰ ਵੀ ਮਿਲਦੇ ਨੇ, ਖਬਰਾਂ ਇਹ ਵੀ ਨੇ ਵੀ ਅਮਿਤ ਸ਼ਾਹ ਨੂੰ ਵੀ ਦੇ ਕੇ ਆਏ ਨੇ ਸੱਦਾ ਪੱਤਰ। ਦੇਖੋ, ਅਗਰ ਅਸੀਂ ਦੇਖੀਏ ਵੀ ਇਹ ਇੱਕ ਰਸਮੀ ਸੱਦਾ ਪੱਤਰ ਹੈ ਤਾਂ ਜਦੋਂ ਬਤੌਰ CM ਤੁਸੀਂ ਕਿਸੇ ਨੂੰ ਮਿਲਣਾ ਹੈ, ਉਹ ਇੱਕ ਰਸਮੀ ਸੱਦਾ ਪੱਤਰ ਸ਼ਾਇਦ ਨਹੀਂ ਹੁੰਦਾ। ਕਿਉਂਕਿ ਜੇ ਅਸੀਂ ਦੇਖੀਏ ਵੀ ਗੁਆਂਢੀ ਸੂਬੇ ਹੋਣ ਦੇ ਨਾਤੇ ਦਿੱਤਾ ਹੈ ਤਾਂ ਸਾਨੂੰ ਇਹ ਵੀ ਨਹੀਂ ਜਾਪਦਾ ਵੀ ਇਹ ਸਿਰਫ ਸਾਡਾ ਗੁਆਂਢੀ ਸੂਬਾ ਹਰਿਆਣਾ ਹੀ ਹੈ। ਸਾਡਾ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਵੀ ਹੈ, ਸਾਡਾ ਗੁਆਂਢੀ ਸੂਬਾ ਰਾਜਸਥਾਨ ਵੀ ਹੈ। ਰਾਜਸਥਾਨ ਦੇ ਵਿੱਚ ਤਾਂ ਕਾਂਗਰਸ ਦੀ ਸਰਕਾਰ ਹੈ। ਖੱਟੜ ਸਾਹਿਬ ਦੇ ਨਾਲੋਂ ਜ਼ਿਆਦਾ ਨੇੜਤਾ ਚੰਨੀ ਸਾਹਿਬ ਦੀ ਜਿਹੜੀ ਹੈ ਉਹ ਕਾਂਗਰਸ ਦੇ ਨਾਲ ਹੈ, ਕਾਂਗਰਸ ਪਰਿਵਾਰਾਂ ਦੇ ਨਾਲ ਹੈਗੀ ਹੈ। ਇੱਥੇ ਮੈਨੂੰ ਜਿੱਥੇ ਤੱਕ ਲੱਗਦਾ ਹੈ ਵੀ ਖੱਟੜ ਜਿੰਨੀਆਂ ਜਿਹੜੀਆਂ ਇੱਕ ਤਾਂ ਹਰਿਆਣਾ ਦੇ ਨਾਲ ਸਾਡੇ ਕਈ ਮਸਲੇ ਸਾਂਝੇ ਨੇ, ਅਦਾਲਤਾਂ ਦੇ ਵਿੱਚ ਕਈ ਮਸਲਿਆਂ ਦਾ ਡਿਸਪਿਊਟ ਵੀ ਚੱਲਦਾ ਹੈ। ਕਿਤੇ ਨਾ ਕਿਤੇ ਚੰਨੀ ਸਾਹਿਬ ਦੇ ਮਨ 'ਚ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਨਾ ਕੋਈ ਡਿਸਪਿਊਟ ਚੱਲਦਾ ਹੈ, ਡਿਸਪਿਊਟ ਅਦਾਲਤਾਂ ਦੇ ਵਿੱਚ ਚੱਲ ਰਿਹਾ, ਸਭ ਤੋਂ ਵੱਡਾ ਡਿਸਪਿਊਟ ਸਾਡਾ ਪਾਣੀ ਦਾ ਝਗੜੇ ਦਾ ਚੱਲ ਰਿਹਾ ਹੈ। ਮੰਨ ਲਓ ਅਦਾਲਤ ਕਹਿ ਦਿੰਦੀ ਹੈ ਵੀ ਜੀ ਦੋਵੇਂ ਸਰਕਾਰਾਂ ਕੁਝ ਸਮੇਂ ਦੇ ਲਈ ਮਿਲ ਬੈਠ ਕੇ ਇਹ ਮਸਲਾ ਆਪਣਾ ਹੱਲ ਕਰ ਲੈਣ, ਤਾਂ ਚੰਨੀ ਸਾਹਿਬ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਗੱਲ ਵੀ ਚੱਲਦੀ ਹੈ ਕਿ ਘੱਟੋ ਘੱਟ ਜੇਕਰ ਮੈਂ ਉਹਨਾਂ ਨੂੰ ਸੱਦਾ ਦਿੱਤਾ ਤਾਂ ਕਿਤੇ ਨਾ ਕਿਤੇ ਪਰਸਨਲ ਤੌਰ 'ਤੇ ਡਾਇਲੋਗ ਦੀ ਜਿਹੜੀ ਪ੍ਰਵਿਰਤੀ ਹੈ ਉਹ ਸਾਡੀ ਕਾਇਮ ਰਹੇਗੀ। ਦੂਸਰਾ, ਰਾਜਧਾਨੀ ਇੱਕ ਹੈ, ਸਾਡਾ ਸਕੱਤਰੇਤ ਇੱਕ ਹੈ। ਇਹ ਗੱਲਾਂ ਵੀ ਜਿਹੜੀਆਂ ਕਿਤੇ ਨਾ ਕਿਤੇ ਚੰਨੀ ਸਾਹਿਬ ਦੇ ਦਿਮਾਗ ਵਿੱਚ ਹੈਗੀਆਂ ਨੇ। ਪਰ ਜੇਕਰ ਆਪਾਂ ਕਿਸਾਨੀ ਲਹਿਰ ਔਰ ਪੰਜਾਬ ਦੇ ਮੁੱਦਿਆਂ ਦੇ ਲਹਿਰ ਔਰ ਖੱਟੜ ਸਾਹਿਬ ਦੇ ਰਵੱਈਏ ਨੂੰ ਦੇਖੀਏ ਤਾਂ ਇਹ ਬਿਲਕੁਲ ਜਿਹੜੀ ਗੱਲ ਨਿੰਦਣਯੋਗ ਹੈ। ਬਹੁਤ ਸਾਰੇ ਜਿਵੇਂ ਕਿਸਾਨੀ ਦੀ ਗੱਲ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਕੀਤੀ, ਮੈਂ ਕਿਸਾਨਾਂ ਦੇ ਨਾਲ ਹਾਂ, ਮੈਂ ਕਿਸਾਨਾਂ ਕੋਲ ਵੀ ਜਾਵਾਂਗਾ। ਖੱਟਰ ਸਾਹਿਬ ਨੂੰ ਲੋਕ ਇਹ ਗੱਲਾਂ ਕਰ ਰਹੇ ਨੇ, ਕਿਉਂਕਿ ਮੇਰੀ ਵੀ ਕੁਛ ਆਗੂਆਂ ਦੇ ਨਾਲ ਗੱਲਬਾਤ ਹੁੰਦੀ ਹੈ, ਕਿਸਾਨ ਲੀਡਰਾਂ ਨਾਲ ਗੱਲਬਾਤ ਹੁੰਦੀ ਹੈ, ਹਰਮੀਤ ਸਿੰਘ ਕਾਦੀਆਂ ਹੋਰੀ ਹੋ ਗਏ ਜਾਂ ਹੋਰ ਸੰਯੁਕਤ ਕਿਸਾਨ ਮੋਰਚੇ ਦੀ ਬਾਰੇ 'ਚ ਸਵਾਲ ਕਰਦੇ ਹਾਂ ਆਪਾਂ ਉਹਨਾਂ ਨੂੰ ਇਹ ਵੀ ਪੁੱਛਿਆ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਫਿਰ ਤੁਹਾਨੂੰ ਉਹਨਾਂ ਨੇ ਇੰਨਾ ਕੁਛ ਦਰਦ ਬਿਆਨ ਕੀਤਾ, ਫਿਰ ਤੇ ਕਾਰਡ ਵੀ ਦਿੱਤਾ ਹੋਣਾ। ਉਹ ਕਹਿੰਦੇ ਸਾਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਹਾਲੇ ਸਾਨੂੰ ਪਤਾ ਨਹੀਂ, ਪਰ ਨਿੱਜੀ ਤੌਰ 'ਤੇ ਮੈਨੂੰ ਹਰਮੀਤ ਸਿੰਘ ਕਾਦੀਆਂ ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਸੱਦਾ ਪੱਤਰ ਜਾਂ ਫੋਨ ਨਹੀਂ ਆਇਆ। ਦੇਖੋ, ਜਦੋਂ ਚੰਨੀ ਸਾਹਿਬ ਨੇ ਕਿਹਾ ਵੀ ਜਿਹੜਾ ਸਿੰਘੂ ਬਾਰਡਰ ਹੈ ਉਹ ਸਾਡੇ ਲਈ ਮੱਕਾ, ਮੈਂ ਉੱਥੇ ਨਤਮਸਤਕ ਹੋਣ ਜਾਵਾਂਗਾ, ਲੇਕਿਨ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਜੋਗਿੰਦਰ ਸਿੰਘ ਉਗਰਾਹਾਂ ਜਾਂ ਹੋਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਕਾਫੀ ਬਿਆਨ ਆਉਂਦੇ ਨੇ, ਪਰ ਉਹਨਾਂ ਬਿਆਨਾਂ ਤੋਂ ਬਾਅਦ ਵੀ ਚੰਨੀ ਸਾਹਿਬ ਨੇ ਕੋਈ ਇੱਕ ਸਟੈਪ ਅੱਗੇ ਨਹੀਂ ਲਿਆ ਕਿ ਮੈਂ ਜਾ ਕੇ ਉਹਨਾਂ ਦੇ ਨਾਲ ਕੋਈ ਗੱਲਬਾਤ ਕਰਨੀ ਹੈ ਜਾਂ ਉੱਥੇ ਆਉਣਾ ਹੈ। ਉਹ ਕਿਤੇ ਨਾ ਕਿਤੇ ਚੰਨੀ ਸਾਹਿਬ ਜਿਹੜਾ ਕਿਸਾਨਾਂ ਦੀ ਹਮਦਰਦੀ ਲੈਣਾ ਚਾਹੁੰਦੇ ਸੀਗੇ ਉਹ ਕਿਤੇ ਨਾ ਕਿਤੇ ਬੈਕਫੁੱਟ 'ਤੇ ਆ ਗਏ ਆ ਜਿਹੜਾ ਹੁਣ ਮਸਲਾ ਨਵਾਂ ਹੈਗਾ, ਅਸੀਂ ਦੇਖ ਰਹੇ ਹਾਂ ਕਿ ਇੱਕ ਸਵਾਲ ਉੱਠ ਰਿਹਾ ਹੈ ਵੀ ਚੰਨੀ ਸਾਹਿਬ ਜਿਹੜੀ ਪਾਰਟੀ ਦਾ ਮੁੱਖ ਮੰਤਰੀ ਸੈਂਕੜੇ ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਪੰਜਾਬੀਆਂ ਨੂੰ, ਹਰਿਆਣੇ ਦੇ ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ ਜਾਂ ਦੰਗਾ ਫਸਾਦ ਕਰਨ ਵਾਲੇ ਕਹਿੰਦਾ ਹੈ, ਉਹਨੂੰ ਅਗਰ ਆਪਣੇ ਪਰਸਨਲ ਉਹਦੇ ਵਿੱਚ ਵਿਆਹ ਦੇ ਵਿੱਚ ਬੁਲਾਉਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਦੇ ਕਾਰਨ ਬੁਲਾ ਰਿਹਾ ਹੈ। ਉਹ ਕਿਸਾਨਾਂ ਦਾ ਹਿਤੈਸ਼ੀ ਨਹੀਂ ਹੋ ਸਕਦਾ। ਇਹ ਸਵਾਲ ਸੁਭਾਵਿਕ ਨੇ ਔਰ ਉੱਠ ਵੀ ਰਹੇ ਨੇ। ਜਿਵੇਂ ਤੁਸੀਂ ਗੱਲ ਕੀਤੀ, ਰਾਜਨੀਤਿਕ ਦਬਾਅ ਦੀ ਗੱਲ ਕੀਤੀ ਹੈ, ਤਾਂ ਇਹ ਵੀ ਤਾਂ ਮੰਨਿਆ ਜਾਂਦਾ ਰਿਹਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜੇ ਪੰਜਾਬ ਦੇ ਵਿੱਚ ਕੰਮ ਕੀਤਾ ਤਾਂ ਉਹਨਾਂ ਨੇ ਪੂਰੀ ਆਜ਼ਾਦੀ ਨਾਲ ਨਹੀਂ ਕੀਤਾ, ਕਿਤੇ ਨਾ ਕਿਤੇ ਕੇਂਦਰ ਦੀ ਅਧੀਨਗੀ ਕਬੂਲ ਕੀਤੀ। ਤਾਂ ਤੁਹਾਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਵੀ ਪਹਿਲਾਂ ਹੀ ਬਣਦੀ ਸਾਰ ਆਜ਼ਾਦ ਹੋ ਕੇ ਹਾਲਾਂਕਿ ਕੰਮ ਕਰਨਾ ਸੀ, ਸਿਰਫ 3 ਮਹੀਨੇ ਤਾਂ ਹੈਗੇ ਆ, 3 ਮਹੀਨੇ 'ਚ ਆਜ਼ਾਦੀ ਨਾਲ ਕੰਮ ਕਰਦੇ, ਪਰ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਹੀ ਕੇਂਦਰ ਦੀ ਅਧੀਨਗੀ ਕਬੂਲ ਕਰ ਲਈ। ਨਹੀਂ, ਹੁਣ ਸਭ ਤੋਂ ਬੜਾ ਸਾਨੂੰ ਇਹ ਦੇਖਣਾ ਪਏਗਾ ਵੀ ਸਾਡਾ ਜਿਹੜਾ ਪ੍ਰੈਕਟੀਕਲ ਪ੍ਰੋਸੀਜਰ ਹੈਗਾ ਕੇਂਦਰ ਸਰਕਾਰ ਦਾ ਔਰ ਰਾਜ ਸਰਕਾਰਾਂ ਦਾ। ਰਾਜ ਸਰਕਾਰਾਂ ਸਾਡੀਆਂ ਪੂਰਨ ਤੌਰ 'ਤੇ ਆਜ਼ਾਦ ਨਹੀਂ ਹੈਗੀਆਂ। ਜਿਹੜਾ ਸਾਡਾ ਸੰਘੀ ਢਾਂਚਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇੰਟਰਫੇਰੈਂਸ ਹੈਗੀ ਹੈ, ਸਿੱਧੇ ਤੌਰ 'ਤੇ ਵੀ ਔਰ ਅਸਿੱਧੇ ਤੌਰ ਤੇ ਵੀ, ਉਹ ਕੇਂਦਰ ਸਰਕਾਰ ਦੀ ਰਹਿੰਦੀ ਹੈ। ਇਸ ਸਮੇਂ ਜਿਹੜੀ ਕੇਂਦਰ ਸਰਕਾਰ ਆ ਬਹੁਤ ਮਜ਼ਬੂਤ ਹੈ। ਇੱਕ ਨਵਾਂ ਸਾਡਾ ਜਿਹੜਾ ਵਿਵਾਦ ਹੋਇਆ ਸੀਗਾ DGP ਸੋਹਤਾ ਨੂੰ ਲਾਉਣ ਦਾ, ਇੱਕ ਪੈਨਲ ਜਿਹੜਾ
ਭੇਜਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਚੰਦੀ ਸਾਹਿਬ ਦੀ ਨੁਮਾਇੰਦਗੀ ਦੇ ਵਿੱਚ, ਉਹ ਡੀਜੀਪੀ ਲਾਉਣ ਲਈ ਭੇਜਿਆ ਗਿਆ ਹੈ। ਤੁਸੀਂ ਇਹ ਦੇਖ ਸਕਦੇ ਹੋ ਵੀ ਪੂਰਨ ਤੌਰ 'ਤੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਇੰਡੀਪੈਂਡੈਂਟ ਨਹੀਂ ਹੈਗੀਆਂ। ਉਹਨਾਂ ਨੂੰ ਚਾਹੇ ਤੁਹਾਡੀ ਕੈਸ਼ ਕ੍ਰੈਡਿਟ ਲਿਮਿਟ ਹੋਵੇ ਖੇਤੀਬਾੜੀ ਦੀ, ਚਾਹੇ ਝੋਨੇ ਦੀ ਫਸਲ ਦੀ ਚੁਕਾਈ ਦਾ ਮਸਲਾ ਹੋਵੇ, ਚਾਹੇ ਨਰਮੇ ਦਾ ਹੋਵੇ, ਕੇਂਦਰ ਸਰਕਾਰ ਦੇ ਕੋਲ ਜਾਣਾ ਪੈਂਦਾ ਹੈ। ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਦਾ ਦਬਾਅ ਹੈ, ਉਹ ਚਾਹੇ ਜਿੰਨਾ ਮਰਜ਼ੀ ਸਟਰੋਂਗ ਮੁੱਖ ਮੰਤਰੀ ਹੋਵੇ, ਜਿੰਨੀ ਮਰਜ਼ੀ ਉਹਦੇ ਕੋਲ ਮੈਜੋਰਿਟੀ ਹੋਵੇ, ਉਹਨੂੰ ਹਮੇਸ਼ਾ ਚੱਲਣਾ ਪੈਂਦਾ ਹੈ। ਚੰਨੀ ਸਾਹਿਬ ਵੀ ਉਸੇ ਪ੍ਰਵਿਰਤੀ ਦੇ ਵਿੱਚ ਹੈ ਕਿ ਜਿਹੜਾ ਕੇਂਦਰ ਸਰਕਾਰ ਦਾ ਦਬਾਅ ਹੈ ਉਹ ਚੱਲਣਾ ਪਏਗਾ। ਪਿਛਲੇ ਸਮੇਂ ਦੌਰਾਨ ਚੰਨੀ ਸਾਹਿਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਜਦੋਂ ਕਿਸਾਨਾਂ ਦੇ ਮਸਲੇ ਦੀ ਗੱਲ ਆਈ ਕਿ ਝੋਨਾ ਜਿਹੜਾ 11 ਤਰੀਕ ਤੋਂ ਚੁੱਕਿਆ ਜਾਣਾ ਹੈਗਾ। ਅਮਿਤ ਸ਼ਾਹ ਹੋਰਾਂ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ। ਸੋ ਜਦੋਂ ਇੱਕ ਵਿਅਕਤੀ ਕਿਸੇ ਨੂੰ ਮਿਲਣ ਜਾਂਦਾ ਹੈ ਤਾਂ ਉਹਨਾਂ ਨੂੰ ਆਮ ਪਤਾ ਹੀ ਹੁੰਦਾ ਹੈ ਵੀ CID ਦੀਆਂ ਖਬਰਾਂ ਬੜੀਆਂ ਤੇਜ਼ ਨੇ, ਜਾਂ ਉਹਨਾਂ ਦੇ ਕੋਲ ਸਾਰੀ ਜਾਣਕਾਰੀ ਹੁੰਦੀ ਹੈ ਵੀ ਮੁੱਖ ਮੰਤਰੀ ਸਾਹਿਬ ਦਾ ਕੀ ਰੁਝੇਵੇਂ ਚੱਲ ਰਹੇ ਨੇ। ਤਾਂ ਨੈਚੁਰਲੀ ਗੱਲ ਹੁੰਦੀ ਹੈ ਵੀ ਤੁਹਾਡੇ ਲੜਕੇ ਦਾ ਵਿਆਹ ਹੈ ਜਾਂ ਤੁਹਾਡੇ ਬੇਟੇ ਦੀ ਸ਼ਾਦੀ ਹੈ, ਕੀ ਸਮਾਗਮ ਚੱਲ ਰਹੇ ਨੇ, ਕੀ ਤੁਸੀਂ ਸਾਨੂੰ ਵੀ ਸੱਦਾ ਪੱਤਰ ਦਿਓਗੇ। ਇੱਕ ਆਮ ਹਿਊਮਨ ਨੇਚਰ ਸਾਡੀ ਇਹ ਗੱਲ ਕਰਦੀ ਹੈ। ਤਾਂ ਕਿਤੇ ਨਾ ਕਿਤੇ ਹੋ ਸਕਦਾ ਚੰਨੀ ਸਾਹਿਬ ਨੇ ਉਸ ਡਾਇਲੋਗ ਪ੍ਰਵਿਰਤੀ ਦੇ ਵਿੱਚ ਗੱਲ ਵੀ ਕੀਤੀ ਹੋਵੇ ਕਿ ਲੜਕੇ ਦਾ ਵਿਆਹ ਹੈ, ਠੀਕ ਹੈ, ਥੋੜ੍ਹਾ ਉਹਦੇ ਵਿੱਚ ਵੀ ਬਿਜ਼ੀ ਰਹਿਣਾ ਹੈ, ਜਾਂ ਉਹਨਾਂ ਨੇ ਵਧਾਈਆਂ ਦਿੱਤੀਆਂ ਹੋਣ ਤਾਂ ਫਿਰ ਉਹਨਾਂ ਨੂੰ ਇਹ ਮਹਿਸੂਸ ਹੋਇਆ ਹੋਵੇ ਵੀ ਜੇਕਰ ਯਾਰ ਹੁਣ ਵੀ ਮੈਂ ਇਹਨਾਂ ਨੂੰ ਸੱਦਾ ਨਾ ਦਿੱਤਾ, ਨਾ ਬੁਲਾਇਆ ਇਹਨਾਂ ਦੇ ਕਹਿਣ 'ਤੇ, ਤਾਂ ਕਿਤੇ ਇਹ ਆਪਣੇ ਮਨਾਂ ਦੇ ਵਿੱਚ ਨਾਰਾਜ਼ਗੀ ਨਾ ਰੱਖਣ। ਇਹ ਵੀ ਹੋ ਸਕਦਾ, ਪਰ ਨਾਲ ਲੋਕਾਂ ਦਾ ਹੁਣ ਇਹ ਵੀ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸਾਂਝੇ ਮੁੱਦੇ ਨੇ, ਸਾਂਝੇ ਮੁੱਦਿਆਂ ਦੀ ਗੱਲ ਲੋਕ ਵੀ ਕਰਦੇ ਨੇ, ਪਰ ਲੋਕ ਨਾਲ ਸਵਾਲ ਇਹ ਵੀ ਕਹਿੰਦੇ ਨੇ, ਉਹ ਕਹਿੰਦੇ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਸਾਡੀਆਂ ਕਈ ਮਸਲੇ ਰਹਿੰਦੇ ਨੇ। ਜਿਵੇਂ ਪਰਾਲੀ ਦੀ ਵਾਰ ਨੂੰ ਅਰਵਿੰਦ ਕੇਜਰੀਵਾਲ ਕਹਿ ਦਿੰਦੇ ਆ ਵੀ ਧੂੰਆਂ ਪੰਜਾਬ ਤੋਂ ਦਾ, ਉਹ ਵੀ ਜੇ ਇੱਕ ਸੱਦੇ ਪੱਤਰ ਦੇ ਨਾਲ ਹਰਿਆਣੇ ਵਾਲੇ ਮਸਲੇ ਹੱਲ ਹੋ ਸਕਦੇ ਸੀ, ਫਿਰ ਅਰਵਿੰਦ ਕੇਜਰੀਵਾਲ ਨੂੰ ਵੀ ਇੱਕ ਸੱਦਾ ਪੱਤਰ ਕਹਿੰਦੇ ਦੇ ਦਿੰਦੇ, SYL ਦਾ ਮੁੱਦਾ ਜਾਂ ਹੋਰ ਗੱਲਾਂ, ਉਹ ਵੀ ਪੰਜਾਬ ਦੇ ਸ਼ਾਇਦ ਹੱਲ ਹੋ ਜਾਂਦੇ। ਜਾਂ ਚੰਨੀ ਸਾਹਿਬ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਿਹਾ ਵੀ ਅਰਵਿੰਦ ਕੇਜਰੀਵਾਲ ਨੂੰ 5000 ਰੁਪਇਆ ਦੇ ਦਿਓ, ਕੱਪੜੇ ਨਹੀਂ ਪਾਉਣੇ ਆਉਂਦੇ, ਕਿਤੇ ਕੱਪੜੇ ਨਾ ਪਸੰਦ ਹੋਣ ਕਰਕੇ ਚੰਨੀ ਸਾਹਿਬ ਨੇ ਉਹਨਾਂ ਨੂੰ ਸੱਦਾ ਪੱਤਰ ਨਾ ਦਿੱਤਾ ਹੋਵੇ। ਨਹੀਂ, ਇੱਦਾਂ ਦੀ ਕੋਈ ਮੇਰੇ ਹਿਸਾਬ ਨਾਲ ਚੰਨੀ ਸਾਹਿਬ ਦੇ ਦਿਮਾਗ ਵਿੱਚ ਕੋਈ ਗੱਲ ਨਹੀਂ ਹੈਗੀ। ਕਈ ਵਾਰੀ ਜਦੋਂ ਤੁਸੀਂ ਕਿਸੇ ਮਸਲੇ 'ਤੇ ਬੈਠ ਕੇ ਗੱਲਬਾਤ ਕਰਦੇ ਹੋ, ਤੁਹਾਡਾ ਫਰੇਮ ਆਫ ਮਾਈਂਡ ਜਿਹੜਾ ਉਹ ਇੱਕ ਕਨਸੈਪਟ 'ਤੇ ਕੰਮ ਕਰਦਾ ਹੁੰਦਾ ਔਰ ਬਾਹਰ ਫਿਸਲ ਜਾਂਦਾ ਹੈ। ਇਹ ਕਈ ਵਾਰੀ ਅਮੂਮਨ ਵੱਡੇ ਤੋਂ ਵੱਡੇ ਵਿਅਕਤੀ ਤੋਂ ਇਹ ਗੱਲ ਹੋ ਜਾਂਦੀ ਹੈ। ਦੂਸਰੀ ਗੱਲ ਲਈ ਵੀ ਕੇਜਰੀਵਾਲ ਸਾਹਿਬ ਨੂੰ ਸੱਦਾ ਪੱਤਰ ਦਿੱਤਾ ਜਾਂ ਨਾ ਦੇਣਾ, ਕਿਉਂਕਿ ਰਸਮੀ ਤੌਰ 'ਤੇ ਮੈਨੂੰ ਲੱਗਦਾ ਵੀ ਜਦੋਂ ਤੋਂ ਕੇਜਰੀਵਾਲ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਨੇ, ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਵੀ ਉਹਨਾਂ ਨੂੰ ਕੋਈ ਨਿੱਜੀ ਤੌਰ 'ਤੇ ਵਧਾਈ ਵੀ ਨਹੀਂ ਦਿੱਤੀ। ਹਾਲਾਂਕਿ ਜਿਹੜੇ ਚੰਨੀ ਸਾਹਿਬ ਨੇ ਕੰਮ ਕੀਤੇ ਨੇ, ਕੇਜਰੀਵਾਲ ਨੇ ਆ ਕੇ ਉਹਨਾਂ ਨੂੰ ਇਹ ਕਿਹਾ ਕਿ ਇਹ ਸਾਡੀ ਰੀਸ ਕਰ ਰਹੇ ਨੇ। ਸੋ ਇੱਕ ਤਰ੍ਹਾਂ ਦੀ ਉਹ ਕੰਪੀਟੀਸ਼ਨ ਦੀ ਭਾਵਨਾ ਦੇ ਵਿੱਚ ਉਹਨਾਂ ਨੂੰ ਰਿਪੀਟ ਕੀਤਾ ਹੈ। ਕੇਜਰੀਵਾਲ ਸਾਹਿਬ ਨੇ ਹੋ ਸਕਦਾ ਉਹਨਾਂ ਦੇ ਮਨ 'ਚ ਹੋਵੇ ਵੀ ਆ ਕੋਈ ਪਹਿਲਾਂ ਰਸਮੀ ਮੁਲਾਕਾਤ ਹੋਈ ਹੁੰਦੀ ਤਾਂ ਹੋ ਸਕਦਾ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਜਾਂਦਾ। ਅਤੇ ਹੁਣ ਕੀ ਲੱਗਦਾ ਵੀ ਜਿਹੜੇ ਲਗਾਤਾਰ ਇਹ ਲੋਕਾਂ ਦੇ ਸਵਾਲ ਨੇ, ਹੁਣ ਬਹੁਤ ਸਾਰੇ ਲੋਕ ਇੱਕ ਪਾਸੇ ਆਲੋਚਨਾ ਕਰ ਰਹੇ ਨੇ, ਉੱਥੇ ਚੰਨੀ ਸਮਰਥਕ ਇਹ ਵੀ ਕਹਿ ਰਹੇ ਨੇ, ਉਹ ਕਹਿੰਦੇ ਯਾਰ ਤੁਹਾਨੂੰ ਇਹ ਗੱਲ ਕਰਨ ਦਾ ਕੀ ਅਧਿਕਾਰ ਹੈਗਾ, ਉਹਨਾਂ ਦਾ ਨਿੱਜੀ ਮਸਲਾ ਹੈ, ਅਤੇ ਨਿੱਜੀ ਮਸਲੇ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ? ਨਿੱਜੀ ਮਤਲਬ ਕਿ ਉਹਨਾਂ ਦੇ ਨਿੱਜੀ ਵਿਚਾਰ ਹੈ, ਕਿਹਨੂੰ ਬੁਲਾਉਣਾ ਕਿਹਨੂੰ ਨਹੀਂ। ਹੁਣ ਉਹ ਕਹਿੰਦੇ ਵੀ ਤੁਹਾਨੂੰ ਜਿਹੜੇ ਆਲੋਚਨਾ ਕਰ ਰਹੇ ਨੇ ਵੀ ਤੁਹਾਨੂੰ ਪੁੱਛ ਕੇ ਥੋੜ੍ਹੀ ਬੁਲਾਉਣਾ, ਕਿਹਨੂੰ ਬੁਲਾਉਣਾ, ਪਰ ਲੋਕ ਲਗਾਤਾਰ ਇਹ ਜਿਹੜੇ ਹੈਗੇ ਆ ਕਮੈਂਟ ਚੰਨੀ ਸਾਹਿਬ ਦੀ ਆਲੋਚਨਾ ਹੋ ਰਹੀ ਹੈ, ਅਤੇ ਸਮਰਥਕਾਂ ਨੂੰ ਕੀ ਫਿਰ ਕਹੀਏ? ਦੇਖੋ, ਸਮਰਥਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਚੰਨੀ ਸਾਹਿਬ ਕੇਵਲ ਇੱਕ ਨੁਮਾਇੰਦੇ ਹੀ ਨਹੀਂ, ਉਹ ਇੱਕ ਸੂਬੇ ਦੇ ਪ੍ਰਧਾਨ ਨੇ, ਇੱਕ ਸੂਬੇ ਦੇ ਮੁੱਖ ਮੰਤਰੀ ਨੇ। ਜਦੋਂ ਉਹ ਸੂਬੇ ਦੇ ਮੁੱਖ ਮੰਤਰੀ ਨੇ ਤਾਂ ਜਿਹੜਾ ਵਿਅਕਤੀ ਸੂਬੇ ਦੇ ਖਿਲਾਫ, ਸੂਬੇ ਦੇ ਲੋਕਾਂ ਦੇ ਖਿਲਾਫ, ਸੂਬੇ ਦੇ ਅਧਿਕਾਰਾਂ ਦੇ ਖਿਲਾਫ ਪਿਛਲੇ ਲਗਭਗ 11 ਮਹੀਨੇ ਤੋਂ ਕਿਸਾਨ ਅੰਦੋਲਨ ਜਿਹੜਾ ਚੱਲਿਆ ਆ ਰਿਹਾ ਹੈ, ਉਹਨਾਂ ਦੇ ਖਿਲਾਫ ਨਿਤ ਦਿਨ ਲਹੂ ਖੇਡਣ ਦੀ ਹੋਲੀ ਕਰ ਰਿਹਾ ਹੈ, ਜਿਹੜਾ ਲਹੂ ਦੇ ਨਾਲ ਖੇਡਣਾ ਵੀ, ਇਹਨਾਂ ਦੇ ਨਾਲ ਅਸੀਂ ਇਹਨਾਂ ਦੇ ਲੱਠ ਮਾਰੋ ਜੈਸੇ ਕੋ ਤੈਸਾ ਕਰੋ, ਜਾਂ ਅਸੀਂ ਪੁਲਿਸ ਫੋਰਸ ਨਾਲ ਉਠਾ ਸਕਦੇ ਹਾਂ, ਉਸ ਵਿਅਕਤੀ ਨੂੰ ਅਗਰ ਤੁਸੀਂ ਨਿੱਜੀ ਤੌਰ 'ਤੇ ਸੱਦਾ ਦਿੰਦੇ ਹੋ ਤਾਂ ਤੁਹਾਡੇ 'ਤੇ ਸਵਾਲ ਉੱਠਣੇ ਨੇ। ਔਰ ਤੁਹਾਡੇ ਸਮਰਥਕਾਂ ਨੂੰ ਵੀ ਚਾਹੀਦਾ ਹੈ ਵੀ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਸਾਰਥਿਕ ਤਰੀਕੇ ਨਾਲ ਦਿੱਤਾ ਜਾਵੇ। ਅੱਜ ਹੀ ਅਸੀਂ ਦੇਖਿਆ ਵੀ ਮਨੋਹਰ ਲਾਲ ਖੱਟੜ ਜੀ ਨੇ ਅਮਿਤ ਸ਼ਾਹ ਦੇ ਨਾਲ ਕੁੰਡਲੀ ਔਰ ਸਿੰਘੂ ਬਾਰਡਰ ਦੇ ਜਿਹੜੇ ਵਪਾਰੀ ਸੀਗੇ ਉਹਨਾਂ ਨੂੰ ਲੈ ਕੇ ਮੁਲਾਕਾਤ ਕੀਤੀ ਹੈ ਵੀ ਇਹ ਰਸਤਾ ਜਿਹੜਾ ਖੁਲਵਾਇਆ ਜਾਵੇ। ਹਾਲਾਂਕਿ ਇਹ ਗੱਲ ਸਿੱਧੀ ਤੌਰ 'ਤੇ ਸਪਸ਼ਟ ਹੈ ਵੀ ਜਿਹੜਾ ਰਸਤਾ ਕੁੰਡਲੀ ਔਰ ਸਿੰਘੂ ਬਾਰਡਰ ਦਾ ਹੈ, ਨਾ ਤਾਂ ਉਹ ਕਿਸਾਨਾਂ ਨੇ ਰੋਕਿਆ, ਨਾ ਕਿਸੇ ਹੋਰ ਜਥੇਬੰਦੀ ਨੇ ਰੋਕਿਆ ਹੈ। ਉਹ ਸਾਰੇ ਦਾ ਸਾਰਾ ਜਿਹੜਾ ਰਸਤਾ ਹੈ ਉਹ ਦਿੱਲੀ ਪੁਲਿਸ ਔਰ ਕੇਂਦਰ ਸਰਕਾਰ ਨੇ ਰੋਕਿਆ ਹੈ। ਅਤੇ ਅਗਰ ਉਹ ਰਸਤਾ ਖੁੱਲ੍ਹ ਜਾਂਦਾ ਹੈ ਤਾਂ ਕਿਸਾਨਾਂ ਨੂੰ ਤਾਂ ਇਹਦੇ ਵਿੱਚ ਕੋਈ ਇਤਰਾਜ਼ ਨਹੀਂ, ਉਹਨਾਂ ਨੂੰ ਤਾਂ ਦਿੱਲੀ ਆਉਣਾ ਜਾਣਾ ਬਹੁਤ ਸੌਖਾ ਹੋ ਜਾਏਗਾ। ਇਹ ਤਾਂ ਕੇਂਦਰ ਸਰਕਾਰ ਔਰ
ਜਿਹੜੀ ਹਰਿਆਣਾ ਦੀ ਸਰਕਾਰ ਹੈਗੀ ਹੈ ਉਹਨਾਂ ਦੀ ਮਿਲੀ ਭੁਗਤ ਹੈ। ਹਰਿਆਣਾ ਨੇ ਵੀ ਅਸੀਂ ਦੇਖਦੇ ਹਾਂ 4 ਜਾਂ 5 ਕਿਲੋਮੀਟਰ ਉਰਲੇ ਪਾਸੇ ਸਿੰਘੂ ਬਾਰਡਰ ਤੋਂ ਆਪਣਾ ਪੂਰਾ ਕੈਂਪ ਸਥਾਪਿਤ ਕੀਤਾ ਹੋਇਆ ਹੈ। ਇਹ ਰਸਤੇ ਬਲੌਕੇਜ ਸਿਸਟਮ ਤਾਂ ਇਹਨਾਂ ਦੋਹਾਂ ਸਰਕਾਰਾਂ ਦਾ, ਨਾ ਕਿ ਕਿਸਾਨਾਂ ਦਾ। ਪਰ ਅੱਜ ਖੱਟੜ ਸਾਹਿਬ ਨੇ ਇੱਕ ਤਰ੍ਹਾਂ ਦਾ ਮੀਡੀਆ ਦੇ ਵਿੱਚ ਵੀ ਇਹੀ ਖਬਰਾਂ ਚੱਲ ਰਹੀਆਂ, ਜੋ ਗੋਦੀ ਮੀਡੀਆ ਕਹਿ ਰਿਹਾ ਹੈ ਵੀ ਕਿਸਾਨਾਂ ਨੇ ਰਸਤੇ ਘੇਰੇ ਹੋਏ ਨੇ। ਖੱਟੜ ਸਾਹਿਬ ਨੇ ਵੀ ਇਹ ਬਾਰ-ਬਾਰ 2 ਜਾਂ 3 ਮਹੀਨੇ ਬਾਅਦ, ਪਿਛਲੀ ਵਾਰੀ ਵੀ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀਗੀ ਲੋਕਾਂ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਬੁਲਾ ਕੇ ਕਿ ਜੀ ਅਸੀਂ ਇਹ ਕਿਸਾਨਾਂ ਨੇ ਰਸਤੇ ਘੇਰੇ ਹੋਏ ਨੇ। ਪਰ ਲੇਕਿਨ ਜਦੋਂ ਅਸਲੀ ਜਿਹੜੇ ਉੱਥੇ ਦੇ ਰਹਿਣ ਵਾਲੇ ਨੇ ਉਹ ਸਾਹਮਣੇ ਆਉਂਦੇ ਨੇ ਤਾਂ ਖੱਟੜ ਸਾਹਿਬ ਨੂੰ ਫਿਰ ਪਿੱਛੇ ਹਟਣਾ ਪੈਂਦਾ। ਤੇ ਹੁਣ ਮੈਂ ਉੱਥੇ ਆ ਜਾਂਦਾ ਫਿਰ, ਜਿਵੇਂ ਆਮ ਤੌਰ 'ਤੇ ਗੱਲ ਜਦੋਂ ਇਹਨਾਂ ਲੀਡਰਾਂ ਨੂੰ ਸਵਾਲ ਕਰਦੇ ਆ ਵੀ ਤੁਸੀਂ ਜੀ ਇੱਕ ਪਾਸੇ 'ਤੇ ਕਹਿ ਦਿੰਦੇ ਹੋ ਵੀ ਭਾਜਪਾ ਕਿਸਾਨਾਂ ਦੀ ਕਾਤਲ ਹੈ, ਜਿਹੜੇ ਸਾਡੇ ਸ਼ਹੀਦ ਹੋਏ ਨੇ ਕਿਸਾਨ ਉਹਦੇ ਜ਼ਿੰਮੇਵਾਰ ਇਹ ਹੈ। ਅਤੇ ਬਾਈ ਜੀ ਇੱਕ ਬੰਦੇ ਦਾ ਕਤਲ ਕੀਤਾ ਹੋਵੇ ਕਿਸੇ ਨੇ, ਅਸੀਂ ਕਾਤਲ ਨੂੰ ਆਪਣੇ ਵਿਆਹ 'ਚ ਨਹੀਂ ਬੁਲਾਉਂਦੇ। ਪਰ ਜਦੋਂ ਇਹਨਾਂ ਨੂੰ ਸਵਾਲ ਕਰਦੇ ਇਹ ਕਹਿੰਦੇ ਅਸੀਂ ਰਾਜਨੀਤੀ ਦੇ ਉੱਤੇ ਉੱਠ ਕੇ ਬੁਲਾ ਰਹੇ ਹਾਂ। ਅਤੇ ਜਿੱਥੇ ਮਸਲਿਆਂ ਦੇ ਉੱਤੇ ਜਦੋਂ ਗੱਲ ਆਉਂਦੀ ਆ ਉੱਥੇ ਜਦੋਂ ਲੋਕ ਕਹਿੰਦੇ ਨੇ ਬਈ ਯਾਰ ਰਾਜਨੀਤੀ ਤੋਂ ਉੱਤੇ ਉੱਠ ਕੇ ਤੁਸੀਂ ਆਹ ਕੰਮ ਸਾਰੀਆਂ ਪਾਰਟੀਆਂ ਹੱਲ ਕਰੋ, ਉੱਥੇ ਇੱਕ ਦੂਜੇ ਨੂੰ ਭੰਡਦੇ ਨੇ। ਪਰ ਨਿੱਜੀ ਸਮਾਗਮਾਂ ਦੇ ਲਈ ਇਹ ਰਾਜਨੀਤੀ ਤੋਂ ਉੱਤੇ ਉੱਠ ਜਾਂਦੇ ਨੇ। ਅਤੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਸਕਾ ਭਾਈ ਸਕੇ ਭਰਾ ਦੇ ਵਿਆਹ ਦੇ ਵਿੱਚ ਨਹੀਂ ਜਾਂਦਾ। ਉਹ ਕਹਿੰਦਾ ਨਹੀਂ ਅਸੀਂ ਤਾਂ ਫਲਾਣੀ ਪਾਰਟੀ ਨਾਲ ਸੰਬੰਧ ਰੱਖਦੇ ਹਾਂ। ਹੇਠਾਂ ਪਾੜ ਪਾਏ ਹੋਏ ਨੇ ਅਤੇ ਆਪਣੇ ਨਿੱਜੀ ਵਿਆਹਾਂ ਦੇ ਵਿੱਚ ਰਾਜਨੀਤੀ ਤੋਂ ਉੱਤੇ ਉੱਠ ਜਾਂਦੇ ਨੇ। ਪ੍ਰੋਫੈਸਰ ਬਲਜਿੰਦਰ ਕੌਰ ਜੀ ਉੱਠ ਗਏ ਸੀ ਰਾਜਨੀਤੀ ਤੋਂ ਉੱਤੇ, ਜਿਨ੍ਹਾਂ ਨੂੰ ਕਾਤਲ ਦੱਸਦੇ ਸੀ, ਜਿਨ੍ਹਾਂ ਨੂੰ ਪੁੱਤਾਂ ਨਸ਼ੇ ਦੇ ਲਈ ਲਾਉਣ ਲਈ ਜ਼ਿੰਮੇਵਾਰ ਦੱਸਦੇ ਸੀ, ਉਹਨਾਂ ਪਾਰਟੀ ਦੇ ਨੁਮਾਇੰਦਿਆਂ ਨੂੰ ਇਹਨਾਂ ਨੇ ਆਪਣੇ ਵਿਆਹਾਂ ਦੇ ਵਿੱਚ ਬੁਲਾਇਆ। ਉਦੋਂ ਪ੍ਰੋਫੈਸਰ ਬਲਜਿੰਦਰ ਕੌਰ ਜੀ ਦੀ ਬਹੁਤ ਆਲੋਚਨਾ ਹੋਈ ਹੈ। ਕਿਵੇਂ ਵੇਖਦੇ ਹੋ ਇਹਨੂੰ? ਨਹੀਂ, ਲੋਕਾਂ ਨੇ ਜਿਹੜੀ ਆਲੋਚਨਾ ਕਰਨੀ ਹੈ ਨਾ ਉਹ ਬਿਲਕੁਲ ਜਾਇਜ਼ ਹੈ, ਕਿਉਂਕਿ ਲੋਕ ਆਪਣੇ ਲੀਡਰ ਨੂੰ ਫੋਲੋ ਕਰਦੇ ਨੇ, ਲੋਕ ਪਾਰਟੀ ਨੂੰ ਦੇਖਦੇ ਨੇ। ਕਿਸੇ ਦੀ ਵਿਚਾਰਧਾਰਾ ਕਾਂਗਰਸ ਨਾਲ ਹੈ, ਕਿਸੇ ਦੀ ਅਕਾਲੀ ਦਲ ਨਾਲ ਹੈ, ਕਿਸੇ ਦੀ ਆਮ ਆਦਮੀ ਪਾਰਟੀ ਨਾਲ ਹੈ, ਕਿਸੇ ਦੀ BSP ਦੇ ਨਾਲ ਹੈ। ਲੋਕ ਵਿਚਾਰਧਾਰਾ ਦੇ ਪਿੱਛੇ ਆਪਾਂ ਦੇਖਿਆ ਵੀ ਕਈ ਸਾਲ ਇੱਕ ਦੂਸਰੇ ਦੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਉਂਦੇ, ਵੱਖ-ਵੱਖ ਮੁੱਦਿਆਂ 'ਤੇ ਵੱਖ-ਵੱਖ ਸਟੈਂਡ ਰੱਖਦੇ ਹੈ। ਪਰ ਜਦੋਂ ਉਹਨਾਂ ਦੇ ਲੀਡਰ ਜਿਹੜੇ ਹੈ ਉਹ ਆਪਸ ਵਿੱਚ ਮਿਲ ਜਾਂਦੇ ਹੈ, ਆਪਸ ਵਿੱਚ ਇਕੱਠੇ ਹੋ ਜਾਂਦੇ ਹੈ ਬਿਨਾਂ ਕਿਸੇ ਮਸਲੇ ਦਾ ਹੱਲ ਕਰੇ ਤੋਂ ਵੀ, ਔਰ ਉਹ ਮਸਲੇ ਸਿਰਫ ਵੋਟਾਂ ਦੇ ਵੇਲੇ ਹੀ ਚੱਕਦੇ ਹੈ, ਤਾਂ ਜਿਹੜੇ ਲੋਕ ਹੈ ਉਹਨਾਂ ਨੂੰ ਸਵਾਲ ਵੀ ਕਰਦੇ ਨੇ। ਤਾਂ ਇਸੇ ਕਰਕੇ ਜਿਹੜੇ ਅੱਜ ਬਹੁਤ ਸਵਾਲ ਚੰਨੀ ਸਾਹਿਬ 'ਤੇ ਉੱਠ ਰਹੇ ਨੇ ਬਈ ਤੁਸੀਂ ਆਪਣੇ ਨਿੱਜੀ ਸਮਾਗਮਾਂ ਦੇ ਵਿੱਚ ਰਾਜਨੀਤੀ ਤੋਂ ਉੱਠਣਾ ਕਿਤੇ ਕੋਈ ਜਾਇਜ਼ ਗੱਲ ਨਹੀਂ ਹੈ। ਕਿਉਂਕਿ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਪੰਜਾਬ ਦੇ ਬਹੁਤ ਵੱਡੇ ਮਸਲੇ ਜਿਹੜੇ ਹਰਿਆਣਾ ਹੱਲ ਕਰਵਾ ਸਕਦਾ ਸੀਗਾ, ਮਨੋਹਰ ਲਾਲ ਖੱਟੜ ਹੋਰੀ ਹੱਲ ਕਰਵਾ ਸਕਦੇ ਸੀਗੇ, ਵੱਡੀ ਭੂਮਿਕਾ ਨਿਭਾ ਸਕਦੇ ਸੀਗੇ, ਉਹ ਉਹਨਾਂ ਨੇ ਬਲੌਕ ਕਰਕੇ ਰੱਖੇ ਹੋਏ ਆ। ਤਾਂ ਇਸ ਕਰਕੇ ਚੰਨੀ ਸਾਹਿਬ ਦੇ ਉੱਤੇ ਇਹ ਸਵਾਲ ਉੱਠਣੇ ਜਾਇਜ਼ ਹੈਗੇ ਆ। ਸੋ ਬਿਲਕੁਲ ਜੀ, ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ ਲਗਾਤਾਰ ਹੁਣ ਜਿਹੜੇ ਹੈਗੀਆਂ ਆਲੋਚਨਾ ਹੋ ਰਹੀ ਹੈ। ਪਰ ਜਿੱਥੇ ਆਮ ਲੋਕ ਨੇ ਜਿਹੜੇ ਉਹ ਆਲੋਚਨਾ ਕਰ ਰਹੇ ਨੇ, ਉੱਥੇ ਸਮਰਥਕ ਲਗਾਤਾਰ ਚੰਨੀ ਹੋਰਾਂ ਦਾ ਸਾਥ ਦਿੰਦੇ ਵੀ ਨਜ਼ਰ ਆ ਰਹੇ ਨੇ। ਅਤੇ ਉਹ ਕਹਿ ਰਹੇ ਨੇ ਵੀ ਯਾਰ ਉਹਨਾਂ ਦੇ ਪੁੱਤ ਦਾ ਵਿਆਹ ਉਹ ਚਾਹੇ ਦੁਸ਼ਮਣ ਨੂੰ ਬੁਲਾਉਣ ਚਾਹੇ ਬੁਲਾਉਣ ਦੋਸਤ ਨੂੰ, ਤੁਸੀਂ ਕੌਣ ਹੁੰਦੇ ਹੋ? ਪਰ ਲੋਕ ਕਹਿੰਦੇ ਨੇ ਵੀ ਇੱਕ CM ਹੈ, ਪੂਰੇ ਪੰਜਾਬ ਨੂੰ ਰੀਪ੍ਰਜੈਂਟ ਕਰਦੇ ਨੇ ਚਰਨਜੀਤ ਸਿੰਘ ਚੰਨੀ ਹੋਰੀ, ਇਸ ਕਰਕੇ ਉਹਨਾਂ ਦੇ ਉੱਤੇ ਪੰਜਾਬ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੈ। ਤਾਂ ਲੋਕਾਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਵੀ ਜਿਹਨਾਂ ਨੂੰ ਗਦਾਰ ਦੱਸਦੇ ਆ ਬਿਆਨਾਂ ਦੇ ਵਿੱਚ ਅਤੇ ਉਹਨਾਂ ਦੇ ਨਾਲ ਹੀ ਸਾਂਝ ਪਾਉਂਦੇ ਨੇ। ਅਤੇ ਜਿਵੇਂ ਉਹਨਾਂ ਨੂੰ ਇਹ ਲੱਗ ਰਿਹਾ ਵੀ ਹੁਣ ਸਾਨੂੰ ਵਧੀਆ CM ਮਿਲਿਆ, ਕਿਉਂਕਿ ਚਰਨਜੀਤ ਸਿੰਘ ਚੰਨੀ ਹੋਰੀ ਜਿੱਥੇ ਇੱਕ ਇਸ ਨੂੰ ਲੈ ਕੇ ਕੁਝ ਆਲੋਚਨਾ ਉਹਨਾਂ ਦੀ ਹੋਈ ਹੈ, ਉੱਥੇ ਹਰਮਨ ਪਿਆਰੇ ਵੀ ਬਹੁਤ ਨੇ। ਤਾਂ ਲੋਕ ਇਹ ਚਾਹੁੰਦੇ ਨੇ ਵੀ ਸਾਡਾ ਹਰਮਨ ਪਿਆਰਾ ਲੀਡਰ ਕੁਝ ਗਲਤ ਨਾ ਕਰੇ, ਇਸ ਕਰਕੇ ਲਗਾਤਾਰ ਆਲੋਚਨਾ ਹੋ ਰਹੀ ਹੈ। ਪਰ ਹਾਲੇ ਤੱਕ ਚਰਨਜੀਤ ਸਿੰਘ ਚੰਨੀ ਹੋਰੀ ਆਪਣੇ ਪੁੱਤ ਦੇ ਵਿਆਹ ਦੇ ਵਿੱਚ ਬਿਜ਼ੀ ਨੇ। ਬਾਅਦ ਦੇ ਵਿੱਚ ਕੀ ਸਪਸ਼ਟੀਕਰਨ ਇਹਦੇ ਉੱਤੇ ਦੇ ਦਿੰਦੇ ਨੇ, ਕਿਉਂ ਉਹਨਾਂ ਨੂੰ ਅਜਿਹਾ ਕਰਨਾ ਪਿਆ। ਜਿਵੇਂ ਕਮਲ ਸਣੀ ਹੋਰਾਂ ਨੇ ਵੀ ਦੱਸਿਆ ਵੀ ਹੋ ਸਕਦਾ ਵੀ ਜਿਵੇਂ ਪੁੱਤ ਦੀ ਵਿਆਹ ਦੀ ਵਧਾਈ ਦਿੱਤੀ ਹੈ, ਤਾਂ ਹੋ ਸਕਦਾ ਵੀ ਉਹਨਾਂ ਨੂੰ ਇਹ ਸੱਦਾ ਪੱਤਰ ਮਜਬੂਰਨ ਦੇਣਾ ਪਿਆ ਹੋਵੇ। ਖੈਰ, ਚਰਨਜੀਤ ਸਿੰਘ ਚੰਨੀ ਹੋਰੀ ਵਿਆਹ ਤੋਂ ਬਾਅਦ, ਪੁੱਤ ਦੇ ਵਿਆਹ ਤੋਂ ਬਾਅਦ ਕੀ ਬੋਲਦੇ ਨੇ, ਇਸ ਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਦਿਓ ਇਜਾਜ਼ਤ, ਧੰਨਵਾਦ।